ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ यूएसए टीवी। मैं वरुण कौर मान खबरां ਦੇ ਬ੍ਰਿਟਿਸ਼ ਤੁਹਾਡਾ ਸਵਾਗਤ ਹੈ। ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ। ਮੈਕਸੀਕੋ ਵਿੱਚ 94 ਪ੍ਰਵਾਸੀਆਂ ਨਾਲ ਭਰਿਆ ਟਰੱਕ ਸੜਕ ਵਿਚਕਾਰ ਛੱਡ ਕੇ ਭੱਜਿਆ ਚਾਲਕ। ਕੈਨੇਡਾ ਆ ਰਹੇ ਕੌਮਾਂਤਰੀ ਵਿਦਿਆਰਥੀਆਂ ਨੂੰ ਕਿਊਬੈਕ ਸੂਬਾ ਕੌਮਾਂਤਰੀ ਵਿਦਿਆਰਥੀ ਫੀਸਾਂ ਵਿੱਚ ਦੇਣ ਜਾ ਰਿਹਾ ਛੋਟ। ਸ਼ਾਰਜਾ ਲਈ ਅੰਮ੍ਰਿਤਸਰ ਤੋਂ ਇੰਡੀਗੋ ਦੀ ਫਲਾਈਟ ਬੰਦ। ਕੇਵਲ 1499 ਰੁਪਏ ਵਿੱਚ ਹਵਾਈ ਯਾਤਰਾ, ਯਾਤਰੀਆਂ ਲਈ 31 ਜੁਲਾਈ ਤੱਕ ਬੁਕਿੰਗ ਕਰਨ ਦਾ ਮੌਕਾ। ਜਰਮਨੀ ਵਿੱਚ ਲੁਫਥਾਂਸਾ ਦੀਆਂ 1000 ਉਡਾਣਾਂ ਰੱਦ, 1,34,000 ਦੇ ਕਰੀਬ ਯਾਤਰੀ ਹੋਏ ਪ੍ਰਭਾਵਿਤ। ਅਮਰੀਕਾ ਤੇ ਯੂਰਪ ਦੀ ਆਰਥਿਕ ਨਾਕਾਬੰਦੀ ਦੇ ਬਾਵਜੂਦ ਰੂਸ ਨੇ ਆਰਥਿਕ ਮੋਰਚੇ ਦੇ ਬਿਹਤਰ ਪ੍ਰਦਰਸ਼ਨ ਕੀਤਾ। ਭਾਰਤੀ ਅਮਰੀਕੀ ਸੰਸਦ ਮੈਂਬਰ ਜੈਪਾਲ ਨੂੰ ਧਮਕੀ ਦੇਣ ਵਾਲੇ ਵਿਅਕਤੀ ਨੇ ਮੁੜ ਦਿੱਤਾ ਹੈਰਾਨੀਜਨਕ ਬਿਆਨ। ਅਮਰੀਕੀ ਲੋਕਾਂ ਦਾ ਕਾਲਜ ਦੀ ਪੜ੍ਹਾਈ ਤੋਂ ਉੱਠਿਆ ਭਰੋਸਾ। ਜਲ ਸੈਨਾ ਨੂੰ ਅਮਰੀਕਾ ਤੋਂ ਮਿਲੇ 2 MH-60 ਮਲਟੀ ਮਿਸ਼ਨ ਹੈਲੀਕਾਪਟਰ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। ਮੈਕਸੀਕੋ ਦੇ ਵੇਰਾ ਕਰੂਜ਼ ਵਿੱਚ ਇੱਕ ਹਾਈਵੇ ਤੇ ਪ੍ਰਵਾਸੀਆਂ ਨਾਲ ਭਰਿਆ ਇੱਕ ਮਾਲ ਵਾਹਕ ਟ੍ਰੇਲਰ ਟਰੱਕ ਅੱਧ ਵਿਚਕਾਰ ਛੱਡ ਦਿੱਤਾ ਗਿਆ, ਜਿਸ ਤੋਂ ਬਾਅਦ ਇਸ ਵਿੱਚ ਸਵਾਰ 94 ਪ੍ਰਵਾਸੀਆਂ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਦਮ ਘੁੱਟਣ ਤੋਂ ਬਚਾ ਲਿਆ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਖਾੜੀ ਤੱਟ ਰਾਜ ਵੇਰਾ ਕਰੂਜ਼ ਵਿੱਚ ਪ੍ਰਵਾਸੀਆਂ ਸੰਬੰਧੀ ਮਾਮਲਿਆਂ ਦੇ ਦਫ਼ਤਰ ਦੇ ਮੁਖੀ ਕਾਰਲੋਸ ਐਨਰਿਕ ਨੇ ਕਿਹਾ ਕਿ ਪ੍ਰਵਾਸੀਆਂ ਨੇ ਬਾਹਰ ਨਿਕਲਣ ਲਈ ਮਾਲ ਵਾਹਕ ਕੰਟੇਨਰ ਵਿੱਚ ਛੇਕ ਕੀਤਾ ਤੇ ਕੁਝ ਲੋਕ ਕੰਟੇਨਰ ਦੀ ਛੱਤ ਤੋਂ ਬਾਹਰ ਆਏ। ਕੰਟੇਨਰ ਦੀ ਛੱਤ ਤੋਂ ਛਾਲ ਮਾਰਨ ਤੇ ਕੁਝ ਪ੍ਰਵਾਸੀ ਜ਼ਖਮੀ ਹੋ ਗਏ ਸਨ। ਹਾਲਾਂਕਿ ਕਿਸੇ ਦੀ ਹੱਡੀ ਨਹੀਂ ਟੁੱਟੀ ਜਾਂ ਕੋਈ ਘਾਤਕ ਜ਼ਖਮੀ ਨਹੀਂ ਹੋਇਆ। ਐਸਕਲਾਂਟੇ ਨੇ ਦੱਸਿਆ ਕਿ ਆਕਾਯੋਨ ਸ਼ਹਿਰ ਦੇ ਨੇੜੇ ਸਥਾਨਕ ਨਿਵਾਸੀਆਂ ਨੇ ਰੌਲਾ ਸੁਣਿਆ ਤੇ ਮਾਲ ਵਾਹਕ ਕੰਟੇਨਰ ਨੂੰ ਖੋਲ੍ਹਣ ਵਿੱਚ ਮਦਦ ਕੀਤੀ। ਮੰਨਿਆ ਜਾ ਰਿਹਾ ਹੈ ਕਿ ਟ੍ਰੇਲਰ ਵਿੱਚ ਵੱਡੀ ਗਿਣਤੀ ਵਿੱਚ ਪ੍ਰਵਾਸੀ ਸਵਾਰ ਸਨ ਅਤੇ ਕੰਟੇਨਰ ਵਿੱਚੋਂ ਨਿਕਲਣ ਦੇ ਬਾਅਦ ਕੁਝ ਪ੍ਰਵਾਸੀ ਭੱਜ ਗਏ। ਗੁਆਟੇਮਾਲਾ, ਹੋਂਡਾਰਾਸ ਅਤੇ ਅਲ ਸਲਵਾਡੋਰ ਦੇ 94 ਪ੍ਰਵਾਸੀਆਂ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਹਵਾਲੇ ਕੀਤਾ ਗਿਆ। ਬੁੱਧਵਾਰ ਨੂੰ ਸਾਹਮਣੇ ਆਏ ਇਸ ਮਾਮਲੇ ਨੇ 27 ਜੂਨ ਨੂੰ ਟੈਕਸਾਸ ਦੇ ਸੈਨ ਐਂਟੋਨੀਓ ਵਿੱਚ ਵਾਪਰੇ ਦੁਖਾਂਤ ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ, ਜਦੋਂ ਇੱਕ ਮਾਲ ਵਾਹਕ ਟਰੱਕ ਵਿੱਚ ਛੱਡੇ ਗਏ 53 ਪ੍ਰਵਾਸੀਆਂ ਦੀ ਮੌਤ ਹੋ ਗਈ। ਭਾਰਤ ਸਣੇ ਵੱਖ-ਵੱਖ ਦੇਸ਼ਾਂ ਤੋਂ ਸਟੱਡੀ ਵੀਜ਼ਾ ਤੇ ਕੈਨੇਡਾ ਪੜ੍ਹਨ ਜਾ ਰਹੇ ਕੌਮਾਂਤਰੀ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਮੋਟਾ ਖਰਚ ਕਰਨਾ ਪੈਂਦਾ ਹੈ। ਉਸ ਨੂੰ ਸਥਾਨਕ ਵਿਦਿਆਰਥੀਆਂ ਦੇ ਮੁਕਾਬਲੇ ਜ਼ਿਆਦਾ ਫੀਸ ਅਦਾ ਕਰਨੀ ਪੈਂਦੀ ਹੈ। ਪਰ ਕੈਨੇਡਾ ਦਾ ਕਿਊਬੈਕ ਸੂਬਾ ਕੌਮਾਂਤਰੀ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦੇਣ ਲਈ ਟਿਊਸ਼ਨ ਸਣੇ ਕਈ ਹੋਰ ਫੀਸਾਂ ਵਿੱਚ ਛੋਟ ਦੇਣ ਜਾ ਰਿਹਾ, ਜਿਸ ਨਾਲ ਪ੍ਰਵਾਸੀ ਵਿਦਿਆਰਥੀਆਂ ਨੂੰ ਕੁਝ ਰਾਹਤ ਮਿਲੇਗੀ। ਕਿਹੜੇ-ਕਿਹੜੇ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਮਿਲਣ ਜਾ ਰਹੀ ਹੈ ਰਾਹਤ, ਤੁਹਾਨੂੰ ਇਸ ਬਾਰੇ ਵੀ ਦੱਸ ਦਿੰਦੇ ਹਾਂ। ਆਮ ਤੌਰ ਤੇ ਕੈਨੇਡਾ ਆਉਣ ਵਾਲੇ ਕੌਮਾਂਤਰੀ ਵਿਦਿਆਰਥੀ ਜਦੋਂ ਕਿਊਬੈਕ ਸੂਬੇ ਵਿੱਚ ਆਉਂਦੇ ਨੇ ਤਾਂ ਇੱਥੇ ਡਿਗਰੀ ਪ੍ਰਾਪਤ ਕਰਨ ਅਤੇ ਕਿਸੇ ਪਬਲਿਕ ਕਾਲਜ ਵਿੱਚ ਦਾਖਲਾ ਲੈਣ ਲਈ ਉਹਨਾਂ ਨੂੰ ਸਥਾਨਕ ਵਿਦਿਆਰਥੀਆਂ ਦੇ ਮੁਕਾਬਲੇ ਵਿਸ਼ੇਸ਼ ਟਿਊਸ਼ਨ ਫੀਸ ਦਾ ਭੁਗਤਾਨ ਕਰਨਾ ਪੈਂਦਾ ਹੈ। ਇਹ ਫੀਸ ਕੋਰਸ ਦੇ ਹਿਸਾਬ ਨਾਲ ਵੱਖ-ਵੱਖ ਹੁੰਦੀ ਹੈ, ਪਰ ਔਸਤਨ ਹਰੇਕ ਕੌਮਾਂਤਰੀ ਵਿਦਿਆਰਥੀ ਨੂੰ ਕਾਲਜ ਪੱਧਰ ਤੇ ਸਾਲਾਨਾ ਲਗਭਗ $17,000 ਅਤੇ ਅੰਡਰ ਗ੍ਰੈਜੂਏਟ ਪੱਧਰ ਤੇ $24,000 ਖਰਚ ਕਰਨੇ ਪੈਂਦੇ ਨੇ। ਪੰਜਾਬ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਤੋਂ ਦੁਬਈ ਦੇ ਸ਼ਾਰਜਾ ਵਿਚਕਾਰ ਰੋਜ਼ਾਨਾ ਚੱਲਣ ਵਾਲੀਆਂ ਇੰਡੀਗੋ 에ਅਰਲਾਈਨਸ ਦੀ ਉਡਾਣ ਨੂੰ ਬੰਦ ਕਰ ਦਿੱਤਾ ਗਿਆ ਹੈ। ਇਹ ਉਡਾਣ 31 ਜੁਲਾਈ ਨੂੰ ਆਪਣੀ ਆਖਰੀ ਉਡਾਣ ਭਰੇਗੀ। ਫਲਾਈਟ ਦੇ ਰੱਦ ਹੋਣ ਦੇ ਕਾਰਨਾਂ ਵਜੋਂ ਅਜੇ ਤੱਕ 에ਅਰਲਾਈਨਸ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ, ਪਰ ਇਸ ਫਲਾਈਟ ਦੀ ਬੁਕਿੰਗ ਬੰਦ ਕਰ ਦਿੱਤੀ ਗਈ ਹੈ। ਇੰਡੀਗੋ 에ਅਰਲਾਈਨਸ ਦੀ ਫਲਾਈਟ ਰੋਜ਼ਾਨਾ ਅੰਮ੍ਰਿਤਸਰ ਤੋਂ ਸ਼ਾਹਜਹਾਂ ਲਈ ਉਡਾਣ ਭਰਦੀ ਸੀ, ਪਰ 에ਅਰਲਾਈਨਸ ਨੇ 31 ਜੁਲਾਈ ਤੋਂ ਬਾਅਦ ਬੁਕਿੰਗ ਨੂੰ ਬੰਦ ਕਰ ਦਿੱਤਾ। ਰੋਜ਼ਾਨਾ ਅੰਮ੍ਰਿਤਸਰ ਤੋਂ ਸ਼ਾਰਜਹਾਂ ਲਈ ਇਹ ਇੱਕੋ ਇੱਕ ਫਲਾਈਟ ਸੀ। ਜੇਕਰ ਤੁਸੀਂ ਸਸਤੀ ਹਵਾਈ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਵਧੀਆ ਮੌਕਾ ਹੈ। ਜਲਦੀ ਜਾਓ ਅਤੇ 에ਅਰ ਏਸ਼ੀਆ ਇੰਡੀਆ ਦੀਆਂ ਨਵੀਆਂ ਪੇਸ਼ਕਸ਼ਾਂ ਦਾ ਲਾਭ ਲੈ ਕੇ ਆਪਣੀਆਂ ਟਿਕਟਾਂ ਬੁੱਕ ਕਰ ਸਕਦੇ ਹੋ। 에ਅਰਲਾਈਨ ਕੰਪਨੀ ਕੇਵਲ 1499 ਰੁਪਏ ਦੇ ਸ਼ੁਰੂਆਤੀ ਕਿਰਾਏ ਤੇ ਯਾਤਰਾ ਕਰਨ ਦਾ ਆਫਰ ਲੈ ਕੇ ਆਈ ਹੈ। ਦਰਅਸਲ 에ਅਰ ਏਸ਼ੀਆ ਨੇ ਪੇ ਡੇ ਸੇਲ ਦੇ ਤਹਿਤ ਇਹ ਆਫਰ ਪੇਸ਼ ਕੀਤਾ। ਇਹ ਆਫਰ 31 ਜੁਲਾਈ ਤੱਕ ਵੈਲਿਡ ਹੈ। ਇਸ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਜੇਕਰ ਤੁਸੀਂ ਇਸ ਸਕੀਮ ਦੇ ਤਹਿਤ ਟਿਕਟ ਬੁੱਕ ਕਰਦੇ ਹੋ ਤਾਂ ਤੁਸੀਂ 15 ਅਗਸਤ ਤੋਂ 21 ਦਸੰਬਰ ਤੱਕ ਯਾਤਰਾ ਕਰ ਸਕਦੇ ਹੋ। ਕੰਪਨੀ ਨੇ ਟਵੀਟ ਕਰਕੇ ਇਸ ਆਫਰ ਦੀ ਜਾਣਕਾਰੀ ਦਿੱਤੀ ਹੈ। 에ਅਰਲਾਈਨ ਨੇ ਲਿਖਿਆ ਕਿ ਜੇਕਰ ਤੁਸੀਂ ਲੰਬੇ ਸਮੇਂ ਲਈ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ, ਹੁਣ 에ਅਰ
ਏਅਰ ਏਸ਼ੀਆ ਨਾਲ ਇਸ ਨੂੰ ਪੂਰਾ ਕਰ ਸਕਦੇ ਹੋ। ਏਅਰ ਏਸ਼ੀਆ ਦੀ ਇਹ ਪੇਸ਼ਕਸ਼ ਸੀਮਤ ਸੀਟਾਂ ਲਈ ਹੈ। ਇਸ ਸਕੀਮ ਦਾ ਲਾਭ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ਤੇ ਲਿਆ ਜਾ ਸਕਦਾ ਹੈ। ਪੇਸ਼ਕਸ਼ ਦੀਆਂ ਸੀਟਾਂ ਭਰ ਜਾਣ ਤੇ ਯਾਤਰੀਆਂ ਨੂੰ ਆਮ ਦਰਾਂ ਤੇ ਟਿਕਟਾਂ ਖਰੀਦਣੀਆਂ ਪੈਣਗੀਆਂ। ਟਾਟਾ ਨਿਊ ਐਪ ਰਾਹੀਂ ਬੁਕਿੰਗ ਕਰਨ ਤੇ ਯਾਤਰੀਆਂ ਨੂੰ ਕਿਰਾਏ ਤੇ ਛੋਟ ਮਿਲੇਗੀ। ਇਸ ਦੇ ਨਾਲ ਹੀ ਐਪ ਦੇ ਮੈਂਬਰਾਂ ਨੂੰ ਬੈਜ ਆਧਾਰਿਤ ਛੋਟ ਮਿਲੇਗੀ। ਇਸ ਤੋਂ ਪਹਿਲਾਂ 에ਅਰਲਾਈਨਸ ਨੇ ਘਰੇਲੂ ਰੂਟਾਂ ਲਈ 7 ਤੋਂ 10 ਜੁਲਾਈ ਦੇ ਵਿਚਕਾਰ ਬੁੱਕ ਕੀਤੀਆਂ ਟਿਕਟਾਂ ਤੇ 1497 ਰੁਪਏ ਦਾ ਸ਼ੁਰੂਆਤੀ ਕਿਰਾਇਆ ਪੇਸ਼ ਕੀਤਾ ਸੀ। ਜਰਮਨ 에ਅਰਲਾਈਨਸ ਲੁਫਥਾਂਸਾ ਦੇ ਲੌਜਿਸਟਿਕ ਅਤੇ ਟਿਕਟਿੰਗ ਕਰਮਚਾਰੀਆਂ ਦੇ ਹੜਤਾਲ ਤੇ ਚਲੇ ਜਾਣ ਕਾਰਨ ਬੁੱਧਵਾਰ ਨੂੰ 에ਅਰਲਾਈਨ ਦੀਆਂ 1000 ਉਡਾਣਾਂ ਰੱਦ ਹੋ ਗਈਆਂ। ਰਿਪੋਰਟ ਮੁਤਾਬਕ ਵੱਡੇ ਪੱਧਰ ਤੇ ਉਡਾਣਾਂ ਦੇ ਰੱਦ ਹੋਣ ਨਾਲ ਕਰੀਬ 1,34,000 ਦੇ ਕਰੀਬ ਯਾਤਰੀ ਪਰੇਸ਼ਾਨ ਹੋਏ ਨੇ। ਉਹਨਾਂ ਨੂੰ ਜਾਂ ਤਾਂ ਆਪਣੀ ਯਾਤਰਾ ਰੱਦ ਕਰਨੀ ਪਈ ਹੈ ਜਾਂ ਫਿਰ ਨਵੇਂ ਸਿਰੇ ਤੋਂ ਯੋਜਨਾ ਬਣਾਉਣ ਲਈ ਮਜਬੂਰ ਹੋਣਾ ਪਿਆ। ਇੱਕ ਦਿਨ ਪਹਿਲਾਂ ਮੰਗਲਵਾਰ ਨੂੰ ਵੀ ਇਸ 에ਅਰਲਾਈਨ ਦੀਆਂ 47 ਉਡਾਣਾਂ ਰੱਦ ਕੀਤੀਆਂ ਗਈਆਂ ਸਨ। ਉਡਾਣਾਂ ਰੱਦ ਹੋਣ ਨਾਲ ਫਰੈਂਕਫਰਟ ਅਤੇ ਮਿਊਨਿਖ ਵਿੱਚ ਸਥਿਤ ਪ੍ਰਮੁੱਖ ਕੇਂਦਰਾਂ ਦੇ ਇਲਾਵਾ ਇਸ ਲੇਹਾਫ ਹੈਮਬਰਗ ਆਦਿ ਜਗ੍ਹਾ ਤੇ ਵੀ ਯਾਤਰੀ ਪਰੇਸ਼ਾਨ ਹੋਏ। ਬਹੁਤ ਸਾਰੇ ਯਾਤਰੀ ਤਾਂ ਵਿਚਕਾਰ ਫਲਾਈਟ 'ਚ ਹੀ ਫਸ ਗਏ। ਹੜਤਾਲ ਕਾਰਨ ਨਵੀਂ ਦਿੱਲੀ, ਬੈਂਕਾਕ, ਨਿਊਯਾਰਕ, ਲਾਸ ਏਂਜਲਸ, ਸਿੰਗਾਪੁਰ ਆਦਿ ਜਗ੍ਹਾ ਦੀਆਂ ਉਡਾਣਾਂ ਵੀ ਰੱਦ ਹੋਈਆਂ। 에ਅਰਲਾਈਨਸ ਦੇ ਟਿਕਟਿੰਗ ਅਤੇ ਲੌਜਿਸਟਿਕ ਸੇਵਾ ਕਰਮਚਾਰੀਆਂ ਨੇ ਸੋਮਵਾਰ ਨੂੰ ਹੀ ਤਨਖਾਹ ਵਾਧੇ ਸਮੇਤ ਹੋਰ ਮੰਗਾਂ ਨੂੰ ਲੈ ਕੇ ਹੜਤਾਲ ਦੀ ਘੋਸ਼ਣਾ ਕਰ ਦਿੱਤੀ ਸੀ। 20,000 ਕਰਮੀਆਂ ਨੇ ਕਿਹਾ ਕਿ ਹੜਤਾਲ ਦਾ ਸਮਰਥਨ ਕਰਾਂਗੇ। ਇੱਥੇ ਦੱਸ ਦਈਏ ਕਿ 92,000 ਲੋਕ ਫਰੈਂਕਫਰਟ ਤੋਂ ਪ੍ਰਭਾਵਿਤ ਹੋਏ। ਯੂਕਰੇਨ ਤੇ ਰੂਸ ਦੇ ਹਮਲੇ ਤੋਂ ਬਾਅਦ ਅਤੇ ਯੂਰੋਪੀਅਨ ਦੇਸ਼ਾਂ ਨੇ ਇਹ ਸੋਚ ਕੇ ਰੂਸ ਤੇ ਆਰਥਿਕ ਪਾਬੰਦੀਆਂ ਲਗਾ ਦਿੱਤੀਆਂ ਕਿ ਇਸ ਨਾਲ ਰੂਸ ਦੇ ਸਾਹਮਣੇ ਵਿੱਤੀ ਸੰਕਟ ਪੈਦਾ ਹੋ ਜਾਏਗਾ। ਜੇ ਉਸ ਨੂੰ ਗਲੋਬਲ ਫਾਈਨੈਂਸ਼ੀਅਲ ਸਿਸਟਮ ਤੋਂ ਅਲੱਗ ਕੀਤਾ ਜਾ ਸਕਦਾ ਹੈ ਤਾਂ ਉਸ ਕੋਲ ਜੰਗ ਲੜਨ ਲਈ ਪੈਸੇ ਦੀ ਕਮੀ ਹੋਏਗੀ। ਪਰ ਅੰਤਰਰਾਸ਼ਟਰੀ ਮੁਦਰਾ ਫੰਡ ਯਾਨੀ ਕਿ ਇੰਟਰਨੈਸ਼ਨਲ ਮੋਨੀਟਰੀ ਫੰਡ IMF ਦਾ ਮੰਨਣਾ ਹੈ ਕਿ ਇਹਨਾਂ ਆਰਥਿਕ ਪਾਬੰਦੀਆਂ ਦੇ ਬਾਵਜੂਦ ਰੂਸ ਨੇ ਆਰਥਿਕ ਮੋਰਚੇ ਤੇ ਬਿਹਤਰ ਪ੍ਰਦਰਸ਼ਨ ਕੀਤਾ। IMF ਮੁਤਾਬਕ ਕੱਚੇ ਤੇਲ ਅਤੇ ਗੈਸ ਦੀਆਂ ਕੀਮਤਾਂ ਵਧਣ ਨਾਲ ਰੂਸ ਨੂੰ ਕਾਫੀ ਫਾਇਦਾ ਹੋਇਆ। ਅੰਤਰਰਾਸ਼ਟਰੀ ਮੁਦਰਾ ਫੰਡ ਨੇ ਆਪਣਾ ਤਾਜ਼ਾ ਵਿਸ਼ਵ ਆਰਥਿਕ ਦ੍ਰਿਸ਼ਟੀਕੋਣ ਵਿੱਚ ਇਸ ਸਾਲ ਲਈ ਰੂਸ ਦੀ ਆਰਥਿਕ ਵਿਕਾਸ ਦਰ ਦੇ ਪੂਰਵ ਅਨੁਮਾਨ ਨੂੰ 2.5% ਤੱਕ ਅਪਗ੍ਰੇਡ ਕੀਤਾ ਹੈ। ਹਾਲਾਂਕਿ ਅਰਥ ਵਿਵਸਥਾ ਦੇ ਲਗਭਗ 6% ਸੁੰਗੜਨ ਦੀ ਸੰਭਾਵਨਾ ਹੈ। IMF ਮੁਤਾਬਕ ਅਮਰੀਕਾ ਅਤੇ ਚੀਨ ਦੀ ਅਰਥ ਵਿਵਸਥਾ ਵਿੱਚ ਮੰਦੀ ਹੈ, ਪਰ ਦੂਜੀ ਤਿਮਾਹੀ ਦੇ ਦੌਰਾਨ ਰੂਸ ਦੀ ਆਰਥਿਕਤਾ ਉਮੀਦ ਤੋਂ ਘੱਟ ਘਟੀ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਅਤੇ ਗੈਰ ਊਰਜਾ ਨਿਰਯਾਤ ਨੇ ਉਮੀਦ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ, ਜਿਸ ਨਾਲ ਰੂਸ ਨੂੰ ਫਾਇਦਾ ਹੋਇਆ। ਦਰਅਸਲ ਯੂਕਰੇਨ ਤੇ ਰੂਸ ਦੇ ਹਮਲੇ ਤੋਂ ਬਾਅਦ ਕੱਚਾ ਤੇਲ $139 ਪ੍ਰਤੀ ਬੈਰਲ ਤੱਕ ਪਹੁੰਚ ਗਿਆ ਸੀ। ਇਸ ਲਈ ਗੈਸ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ। ਪਰ ਆਰਥਿਕ ਪਾਬੰਦੀਆਂ ਦੇ ਬਾਵਜੂਦ ਦੇਸ਼ ਵਿੱਚ ਜ਼ਬਰਦਸਤ ਮੰਗ ਸੀ, ਜਿਸ ਦਾ ਰੂਸੀ ਅਰਥਚਾਰੇ ਨੂੰ ਫਾਇਦਾ ਹੋਇਆ, ਜਦੋਂ ਕਿ ਰੂਸ ਦੀ ਗੈਸ ਤੇ ਨਿਰਭਰਤਾ ਕਾਰਨ ਯੂਰਪ ਦੀ ਹਾਲਤ ਬਦਤਰ ਹੋ ਗਈ। ਸਥਿਤੀ ਹੋਰ ਵਿਗੜ ਸਕਦੀ ਹੈ ਜੇਕਰ ਰੂਸ ਯੂਰਪ ਨੂੰ ਗੈਸ ਨਿਰਯਾਤ ਤੇ ਪਾਬੰਦੀ ਲਾਉਂਦਾ ਹੈ ਅਤੇ ਯੂਰੋਪੀਅਨ ਯੂਨੀਅਨ ਰੂਸੀ ਤੇਲ ਤੇ ਪਾਬੰਦੀ ਲਾਉਂਦਾ ਹੈ ਤਾਂ। ਅਮਰੀਕਾ ਵਿੱਚ ਭਾਰਤੀ ਮੂਲ ਦੀ ਸੰਸਦ ਮੈਂਬਰ ਪ੍ਰੈਮਿਲਾ ਜੈਪਾਲ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ 49 ਸਾਲਾ ਵਿਅਕਤੀ ਉੱਤੇ ਅਪਰਾਧਿਕ ਰੂਪ ਨਾਲ ਪਿੱਛਾ ਕਰਨ ਦਾ ਦੋਸ਼ ਲਗਾਇਆ ਗਿਆ। ਉਸ ਵਿਅਕਤੀ ਨੂੰ ਜੈਪਾਲ ਦੇ ਘਰ ਦੇ ਬਾਹਰ ਪਿਸਤੌਲ ਨਾਲ ਖੜਾ ਹੋਣ, ਭਾਰਤ ਵਾਪਸ ਜਾਓ ਦਾ ਨਾਰਾ ਲਗਾਉਣ ਅਤੇ ਜੈਪਾਲ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਲਈ ਗ੍ਰਿਫਤਾਰ ਕੀਤਾ ਗਿਆ ਸੀ। ਕਿੰਗ ਕਾਉਂਟੀ ਪ੍ਰੋਸੀਕਿਊਟਰ ਦੇ ਦਫ਼ਤਰ ਨੇ ਕਿਹਾ ਕਿ ਜੇਕਰ ਡਿਫੈਂਡਰ ਬ੍ਰੈਡ ਫਾਰਸੇਲ ਨੂੰ ਜ਼ਮਾਨਤ ਤੇ ਰਿਹਾ ਕੀਤਾ ਜਾਂਦਾ ਹੈ ਤਾਂ ਉਹ ਕੋਈ ਹਿੰਸਕ ਅਪਰਾਧ ਕਰ ਸਕਦਾ ਹੈ। ਅਦਾਲਤ ਦੇ ਦਸਤਾਵੇਜ਼ ਦੇ ਅਨੁਸਾਰ ਫਾਰਸੇਲ ਤੇ ਬੁੱਧਵਾਰ ਨੂੰ ਦੋਸ਼ ਲਗਾਏ ਗਏ। ਉਸਨੇ ਕਥਿਤ ਤੌਰ ਤੇ ਜਾਂਚਕਰਤਾ ਨੂੰ ਦੱਸਿਆ ਕਿ ਉਹ ਰਿਹਾਈ ਤੋਂ ਬਾਅਦ ਜੈਪਾਲ ਦੇ ਘਰ ਦੁਬਾਰਾ ਜਾਏਗਾ। ਸਿਆਟਲ ਸਥਿਤ ਨਿਊਜ਼ ਵੈਬਸਾਈਟ king5.com ਨੇ ਰਿਪੋਰਟ ਦਿੱਤੀ ਹੈ ਕਿ ਅਦਾਲਤੀ ਦਸਤਾਵੇਜ਼ ਦੇ ਅਨੁਸਾਰ ਫਾਰਸੇਲ ਸੰਸਦ ਮੈਂਬਰ ਦੇ ਘਰ ਦੇ ਬਾਹਰ ਇੱਕ 40 ਕੈਲੀਬਰ ਗਾਲਕਰਦ ਪ੍ਰੋਪੋਲਡ ਪਿਸਤੌਲ ਲੈ ਕੇ ਗਿਆ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 9 ਜੁਲਾਈ ਨੂੰ ਜੈਪਾਲ ਅਤੇ ਉਸਦੇ ਪਤੀ ਨੇ ਪੱਛਮੀ ਸਿਆਟਲ ਵਿੱਚ ਆਪਣੇ ਘਰ ਦੇ ਬਾਹਰ ਕਿਸੇ ਨੂੰ ਚੀਕਦੇ ਹੋਏ ਸੁਣਿਆ। ਜੈਪਾਲ ਦੇ ਪਤੀ ਸਟੀਵ ਵਿਲੀਅਮਸਨ ਬਾਹਰ ਗਏ ਅਤੇ ਉਹਨਾਂ ਇੱਕ ਆਦਮੀ ਨੂੰ ਚੀਕਦੇ ਹੋਏ ਸੁਣਿਆ ਜੋ ਕਹਿ ਰਿਹਾ ਸੀ, ਭਾਰਤ ਵਾਪਸ ਜਾਓ। ਜੋੜੇ ਨੇ ਦੋਸ਼ੀ ਨੂੰ ਜੈਪਾਲ ਲਈ ਹਿਊਮਨਿਸਟ ਸ਼ਬਦ ਕਹਿੰਦੇ ਹੋਏ ਵੀ ਸੁਣਿਆ। ਦੋਸ਼ ਆਇਦ ਕੀਤੇ ਜਾਣ ਦੀ ਖਬਰ ਤੋਂ ਬਾਅਦ ਚੇਨਈ ਵਿੱਚ ਜਨਮੀ ਜੈਪਾਲ ਨੇ ਕਿੰਗ ਕਾਉਂਟੀ ਪ੍ਰੋਸੀਕਿਊਟਰ ਦੇ ਅਟਾਰਨੀ ਦਫ਼ਤਰ ਤੋਂ ਖਬਰ ਆਈ ਹੈ ਕਿ ਉਹਨਾਂ ਨੇ ਫਾਰਸੇਲ ਤੇ ਅਪਰਾਧਿਕ ਪਿੱਛਾ ਕਰਨ ਦਾ ਦੋਸ਼ ਲਗਾਇਆ, ਜੋ ਇਹ ਦਰਸਾਉਂਦਾ ਹੈ ਕਿ ਨਿਆਂ ਪ੍ਰਣਾਲੀ ਆਪਣਾ ਕੰਮ ਕਰ ਰਹੀ ਹੈ। ਅਮਰੀਕਾ ਵਿੱਚ ਉਚੇਰੀ ਸਿੱਖਿਆ ਬਾਰੇ ਹਾਂ ਪੱਖੀ ਸੋਚ ਵਾਲੇ ਲੋਕਾਂ ਦੀ ਗਿਣਤੀ ਘਟਦੀ ਜਾ ਰਹੀ ਹੈ ਅਤੇ ਕਾਲਜ ਜਾਂ ਯੂਨੀਵਰਸਿਟੀ ਵਿੱਚ ਪੜ੍ਹਨ ਦੇ ਮਾਮਲੇ ਤੇ ਸਵਾਲ ਉਠਾਉਣ ਵਾਲਿਆਂ ਦੀ ਗਿਣਤੀ ਵੱਧ ਗਈ ਹੈ। ਇੱਕ ਤਾਜ਼ਾ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ 2020 ਤੋਂ ਬਾਅਦ ਕਾਲਜ ਜਾਂ ਯੂਨੀਵਰਸਿਟੀ ਤੋਂ ਸਿੱਖਿਆ ਹਾਸਲ ਕਰਨ ਦੇ ਹਮਾਇਤੀਆਂ ਦੀ ਗਿਣਤੀ 14% ਹੇਠਾਂ ਆ ਗਈ ਹੈ। ਥਿੰਕ ਟੈਂਕ ਨਿਊ ਅਮਰੀਕਾ ਵੱਲੋਂ ਕੀਤੇ ਸਰਵੇਖਣ ਮੁਤਾਬਕ
ਕਈ ਮਾਮਲਿਆਂ ਵਿੱਚ ਮੁਲਕ ਦੇ ਲੋਕਾਂ ਦੀ ਸੋਚ ਵਿੱਚ ਕੋਈ ਤਬਦੀਲੀ ਨਹੀਂ ਆਈ। ਮਿਸਾਲ ਵਜੋਂ ਅਮਰੀਕਾ ਵਾਸੀ ਇਸ ਗੱਲ ਤੇ ਸਹਿਮਤ ਨੇ ਕਿ ਮਿਡਲ ਪੱਧਰ ਤੱਕ ਦੀ ਪੜ੍ਹਾਈ ਮਗਰੋਂ ਵਿਦਿਆਰਥੀਆਂ ਲਈ ਨਿਵੇਸ਼ ਕਰਨ ਦੇ ਚੰਗੇ ਸਿੱਟੇ ਸਾਹਮਣੇ ਆਉਂਦੇ ਨੇ, ਪਰ ਉਚੇਰੀ ਸਿੱਖਿਆ ਦੇ ਅਸਰ ਬਾਰੇ ਸੋਚ ਡਾਵਾਂਡੋਲ ਨਜ਼ਰ ਆ ਰਹੀ ਹੈ। ਰਿਪੋਰਟ ਦੇ ਲੇਖਕਾਂ ਵਿੱਚੋਂ ਇੱਕ ਸੋਢੀ ਗੋਇਨ ਦਾ ਕਹਿਣਾ ਹੈ ਕਿ ਅਮਰੀਕਾ ਚੁਣੌਤੀਆਂ ਕਰਕੇ ਉਚੇਰੀ ਸਿੱਖਿਆ ਬਾਰੇ ਨਾ ਪੱਕੀ ਸੋਚ ਵਾਲਿਆਂ ਦੀ ਗਿਣਤੀ ਵਧੀ ਹੈ। ਭਾਰਤੀ ਜਲ ਸੈਨਾ ਨੇ ਅਮਰੀਕਾ ਤੋਂ 2 MH-60 ਰੋਮੀਓ ਮਲਟੀ ਮਿਸ਼ਨ ਹੈਲੀਕਾਪਟਰ ਪ੍ਰਾਪਤ ਕੀਤੇ ਨੇ, ਜਿਸ ਨਾਲ ਉਸ ਦੀ ਸਮੁੱਚੀ ਲੜਾਕੂ ਸਮਰੱਥਾ ਵਿੱਚ ਵਾਧਾ ਹੋਇਆ। ਇਹ ਹਰ ਮੌਸਮ ਹੈਲੀਕਾਪਟਰ ਹੈਲਫਾਇਰ ਮਿਜ਼ਾਈਲ ਤੇ ਘਾਤਕ ਰਾਕੇਟ ਪ੍ਰਣਾਲੀਆਂ ਨਾਲ ਲੈਸ ਨੇ। ਜਲ ਸੈਨਾ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਹ ਦੋਵੇਂ ਹੈਲੀਕਾਪਟਰਸ ਦੀ ਸਪੁਰਦਗੀ ਵੀਰਵਾਰ ਨੂੰ ਕੋਚੀਨ ਹਵਾਈ ਅੱਡੇ ਤੇ ਲਈ ਗਈ ਹੈ ਅਤੇ ਇੱਕ ਹੈਲੀਕਾਪਟਰ ਅਗਲੇ ਮਹੀਨੇ ਮਿਲ ਜਾਏਗਾ। ਉਹਨਾਂ ਨੇ ਦੱਸਿਆ ਕਿ ਭਾਰਤੀ ਜਲ ਸੈਨਾ ਨੂੰ ਅਮਰੀਕਾ ਤੋਂ ਪਹਿਲੀ ਵਾਰ 3 MH-60 ਹੈਲੀਕਾਪਟਰ 2021 ਚ ਮਿਲੇ ਸਨ ਅਤੇ ਹੁਣ ਤੱਕ ਜਲ ਸੈਨਾ ਨੂੰ 5 MH-60 ਹੈਲੀਕਾਪਟਰ ਮਿਲ ਚੁੱਕੇ ਨੇ। ਜਲ ਸੈਨਾ ਨੂੰ ਸਭ 24 MH-60R ਹੈਲੀਕਾਪਟਰਾਂ ਦੀ ਸਪੁਰਦਗੀ 2025 ਤੱਕ ਮਿਲ ਜਾਏਗੀ। ਦੱਸਣਯੋਗ ਹੈ ਕਿ ਭਾਰਤ ਇਸ ਰੱਖਿਆ ਸੌਦੇ ਤਹਿਤ ਅਮਰੀਕਾ ਤੋਂ ਕਰੀਬ 15,000 ਕਰੋੜ ਰੁਪਏ ਵਿੱਚ 25 ਹੈਲੀਕਾਪਟਰ ਖਰੀਦ ਰਿਹਾ ਹੈ। ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਮੂਲ ਕੰਪਨੀ ਮੈਟਾ ਨੇ ਇਤਿਹਾਸ ਵਿੱਚ ਪਹਿਲੀ ਵਾਰ ਆਮਦਨ ਵਿੱਚ ਗਿਰਾਵਟ ਦੀ ਪੋਸਟ ਕੀਤੀ ਹੈ। CEO ਮਾਰਕ ਜ਼ੁਕਰਬਰਗ ਨੇ ਕਿਹਾ ਕਿ ਫੇਸਬੁੱਕ ਨੇ ਅਪ੍ਰੈਲ-ਜੂਨ 2022 ਦੀ ਮਿਆਦ ਵਿੱਚ $6.69 ਬਿਲੀਅਨ ਜਾਂ $2.46 ਪ੍ਰਤੀ ਸ਼ੇਅਰ ਦਾ ਮੁਨਾਫਾ ਕਮਾਇਆ, ਜੋ ਬੀਤੇ ਸਾਲ ਦੀ ਤੁਲਨਾ ਵਿੱਚ 36% ਘੱਟ ਹੈ। ਪਿਛਲੇ ਸਾਲ ਕੰਪਨੀ ਨੇ ਇਸੇ ਮਿਆਦ ਵਿੱਚ 10.39 ਬਿਲੀਅਨ ਜਾਂ 3.61 ਪ੍ਰਤੀ ਸ਼ੇਅਰ ਦੀ ਕਮਾਈ ਦਰਜ ਕੀਤੀ ਸੀ। ਅਮਰੀਕੀ ਸੰਸਦ ਮੈਂਬਰ ਰੌਕ ਖੰਨਾ ਨੇ ਕਿਹਾ ਕਿ ਵਾਸ਼ਿੰਗਟਨ ਭਾਰਤ ਨੂੰ 6ਵੇਂ ਮੈਂਬਰ ਦੇ ਰੂਪ ਵਿੱਚ ਉੱਤਰੀ ਅਟਲਾਂਟਿਕ ਸੰਧੀ ਸੰਗਠਨ ਪਲੱਸ ਵਿੱਚ ਸ਼ਾਮਲ ਕਰਨਾ ਚਾਹੁੰਦਾ ਹੈ। ਅਜਿਹਾ ਹੋਣ ਤੇ ਭਾਰਤ ਦਾ ਝੁਕਾਅ ਅਮਰੀਕਾ ਵੱਲ ਵੱਧ ਸਕਦਾ ਹੈ। ਕੈਲੀਫੋਰਨੀਆ ਤੋਂ ਡੈਮੋਕ੍ਰੇਟ ਸੰਸਦ ਮੈਂਬਰ ਖੰਨਾ ਨੇ ਕਿਹਾ ਕਿ ਨਾਟੋ ਸਹਿਯੋਗੀਆਂ ਨੂੰ ਰੱਖਿਆ ਸਮਝੌਤਿਆਂ ਤੇ ਤੁਰੰਤ ਮਨਜ਼ੂਰੀ ਮਿਲਦੀ ਹੈ। ਆਸਟ੍ਰੇਲੀਆ, ਜਾਪਾਨ, ਨਿਊਜ਼ੀਲੈਂਡ, ਇਜ਼ਰਾਈਲ ਅਤੇ ਦੱਖਣੀ ਅਫਰੀਕਾ ਨਾਲ ਅਮਰੀਕਾ ਅਜਿਹੇ ਸਮਝੌਤੇ ਕਰ ਚੁੱਕਾ ਹੈ। ਉਹਨਾਂ ਨੇ ਕਿਹਾ, ਮੈਂ ਭਾਰਤ ਨੂੰ ਨਾਟੋ ਪਲੱਸ ਦੇ 6ਵੇਂ ਮੈਂਬਰ ਦੇ ਰੂਪ ਵਿੱਚ ਜੋੜਨ ਦੀ ਦਿਸ਼ਾ ਵਿੱਚ ਯਤਨ ਕੀਤੇ ਨੇ। ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਰੱਖਿਆ ਸਾਂਝੇਦਾਰੀ ਮਜ਼ਬੂਤ ਹੋਏਗੀ। ਮੈਂ 2 ਸਾਲ ਪਹਿਲਾਂ ਇਸ ਦੀ ਪਹਿਲ ਕੀਤੀ ਸੀ ਅਤੇ ਅੱਗੋਂ ਵੀ ਕੰਮ ਜਾਰੀ ਰੱਖਾਂਗਾ। ਉਮੀਦ ਹੈ ਕਿ ਸੈਨੇਟ ਵਿੱਚ ਵੀ ਇਸ ਨਾਲ ਜੁੜਿਆ ਬਿੱਲ ਪਾਸ ਹੋ ਜਾਏਗਾ। ਅਮਰੀਕਾ ਦੀ ਪ੍ਰਤੀਨਿਧੀ ਸਭਾ ਦੇ 14 ਜੁਲਾਈ ਨੂੰ ਨੈਸ਼ਨਲ ਡਿਫੈਂਸ ਅਥੋਰਾਈਜ਼ੇਸ਼ਨ ਐਕਟ ਵਿੱਚ ਸੋਧ ਸੰਬੰਧੀ ਮਤੇ ਨੂੰ ਭਾਰੀ ਬਹੁਮਤ ਨਾਲ ਪਾਸ ਕੀਤਾ। ਇਸ ਵਿੱਚ ਭਾਰਤ ਤੇ ਅਮਰੀਕਾ ਵਿਚਾਲੇ ਰੱਖਿਆ ਸੰਬੰਧਾਂ ਨੂੰ ਮਜ਼ਬੂਤ ਕਰਨ ਦਾ ਯਤਨ ਕੀਤਾ ਹੈ। ਖੰਨਾ ਨੇ ਹੀ ਸੰਸਦ ਵਿੱਚ ਮਤਾ ਪੇਸ਼ ਕੀਤਾ ਹੈ। ਅਮਰੀਕੀ ਸੰਸਦ ਮੈਂਬਰ ਨੇ ਕਿਹਾ ਕਿ ਕਾਊਂਟਰਿੰਗ ਅਮਰੀਕਾਸ ਐਡਵਾਈਜ਼ਰੀਜ਼ ਦੇ ਹਿੱਤ ਵਿੱਚ ਹੈ ਅਤੇ ਇਸ ਨਾਲ ਦੋਵੇਂ ਦੇਸ਼ਾਂ ਦੀ ਰੱਖਿਆ ਭਾਈਵਾਲੀ ਹੋਰ ਡੂੰਘੀ ਹੋਏਗੀ। ਰੂਸ ਨਾਲ ਵੱਡਾ ਰੱਖਿਆ ਸਮਝੌਤਾ ਕਰਨ ਵਾਲੇ ਦੇਸ਼ ਦੇ ਖਿਲਾਫ ਅਮਰੀਕਾ ਕਾਟਸਾ ਦੇ ਤਹਿਤ ਪਾਬੰਦੀਆਂ ਲਗਾਉਂਦਾ ਹੈ। ਭਾਰਤੀ ਮੂਲ ਦੇ ਸੰਸਦ ਮੈਂਬਰ ਨੇ ਕਿਹਾ, ਅਮਰੀਕਾ ਭਾਰਤ ਨਾਲ ਮਜ਼ਬੂਤ ਰੱਖਿਆ ਤੇ ਰਣਨੀਤਿਕ ਸਾਂਝੇਦਾਰੀ ਚਾਹੁੰਦਾ ਹੈ। ਦੋਵੇਂ ਹੀ ਲੋਕਤਾਂਤਰਿਕ ਦੇਸ਼ ਨੇ। ਕੈਨੇਡਾ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋਏ ਟਰੱਕ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਖਡੂਰ ਸਾਹਿਬ ਦੇ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਿਸ਼ਵ ਸ਼ਰਮਾ ਵਜੋਂ ਹੋਈ ਹੈ। ਉਹ 26 ਸਾਲ ਦਾ ਸੀ ਅਤੇ ਕੈਨੇਡਾ ਦੇ ਬਰੈਂਪਟਨ ਵਿੱਚ ਰਹਿੰਦਾ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਪਿਛਲੇ 6 ਸਾਲਾਂ ਤੋਂ ਕੈਨੇਡਾ ਰਹਿ ਰਿਹਾ ਸੀ। ਬੀਤੇ ਦਿਨ ਰੋਜ਼ ਵਾਂਗ ਉਹ ਕੰਮ ਤੇ ਗਿਆ। ਮੌਂਟਰੀਅਲ ਜਾਂਦੇ ਹੋਏ ਰਾਹ ਵਿੱਚ ਉਸ ਦਾ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਉਸ ਨੂੰ ਭਿਆਨਕ ਅੱਗ ਲੱਗ ਗਈ। ਇਸ ਅੱਗ ਵਿੱਚ ਰਿਸ਼ਵ ਜ਼ਿੰਦਾ ਸੜ ਗਿਆ। ਇੱਥੇ ਪਰਿਵਾਰ ਨੂੰ ਉਸ ਦੀ ਮੌਤ ਦੀ ਖਬਰ ਉਸ ਦੇ ਦੋਸਤ ਨੇ ਫੋਨ ਕਰਕੇ ਦਿੱਤੀ। ਜ਼ਿਕਰਯੋਗ ਹੈ ਕਿ ਰਿਸ਼ਵ ਦਾ ਜਨਵਰੀ ਵਿੱਚ ਵਿਆਹ ਹੋਣਾ ਸੀ। ਉਸ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਰਿਸ਼ਵ ਦੀ ਮਾਂ ਤੇ ਭੈਣ ਉਸ ਦੀ ਮੌਤ ਦੀ ਖਬਰ ਸੁਣ ਕੇ ਡੂੰਘੇ ਸਦਮੇ ਵਿੱਚ ਨੇ। ਇਸ ਖਬਰ ਨਾਲ ਇਲਾਕੇ ਭਰ ਵਿੱਚ ਸੋਗ ਦੀ ਲਹਿਰ ਹੈ। ਮਿਸੀਸਾਗਾ ਕੈਨੇਡਾ ਵਿਖੇ 4 ਸਾਲਾ ਬੱਚੇ ਦੀ ਰੇਲ ਗੱਡੀ ਹੇਠ ਆਉਣ ਕਾਰਨ ਮੌਤ ਮਗਰੋਂ ਪ੍ਰਸ਼ਾਸਨ ਨੀਂਦ ਵਿੱਚੋਂ ਜਾਗ ਗਿਆ ਤੇ ਰੇਲਵੇ ਲਾਈਨ ਦੇ ਸੱਜੇ ਖੱਬੇ ਬਾੜ ਲਗਾਈ ਜਾ ਰਹੀ ਹੈ। ਉਧਰ ਕੈਨੇਡਾ ਦੇ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਮਾਮਲੇ ਆਪਣੇ ਹੱਥਾਂ ਵਿੱਚ ਲੈ ਲਏ ਨੇ ਅਤੇ ਪੁਲਿਸ ਤੋਂ ਵੱਖਰੀ ਪੜਤਾਲ ਕੀਤੀ ਜਾਏਗੀ। ਮੌਂਟਰੀਅਲਿੰਕਸ ਦੇ ਬੁਲਾਰੇ ਜੇਮਸ ਮੌਂਟੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੜਤਾਲ ਵਿੱਚ ਹਰ ਕਿਸਮ ਦਾ ਸਹਿਯੋਗ ਦਿੱਤਾ ਜਾ ਰਿਹਾ। ਰੇਲ ਸੁਰੱਖਿਆ ਦੇ ਕਈ ਪਹਿਲੂ ਹੁੰਦੇ ਨੇ ਅਤੇ ਜਾਂਚਕਰਤਾ ਵੱਲੋਂ ਸਾਰੇ ਤੱਥਾਂ ਨੂੰ ਘੋਖਿਆ ਜਾ ਰਿਹਾ। ਇਸ ਦੌਰਾਨ ਘਟਨਾ ਵੇਲੇ ਇੱਕ ਨੇੜਲੇ ਗੈਰਾਜ ਵਿੱਚ ਮੌਜੂਦ ਮੁਹੰਮਦ ਤੈयब ਨੇ ਕਿਹਾ ਕਿ ਰੇਲ ਗੱਡੀ ਦੇ ਕੰਨ ਪਾੜਵੇਂ ਹਾਰਨ ਨੇ ਉਸ ਦਾ ਧਿਆਨ ਖਿੱਚਿਆ। ਗੈਰਾਜ ਵਿੱਚੋਂ ਬਾਹਰ ਆ ਕੇ ਦੇਖਦਿਆਂ ਤਾਂ ਟ੍ਰੇਨ ਰੁਕ ਗਈ ਸੀ। ਇਸ ਤੋਂ ਪਹਿਲਾਂ ਕਦੇ ਅਜਿਹਾ ਨਹੀਂ ਹੋਇਆ ਸੀ। ਕੁਝ ਬੱਚਿਆਂ ਦੀਆਂ ਚੀਕਾਂ ਸੁਣ ਕੇ ਮਨ ਘਬਰਾ ਗਿਆ। ਜਦੋਂ ਰੇਲਵੇ ਟਰੈਕ ਨੇੜੇ ਗਿਆ ਤਾਂ ਇੱਕ ਬੱਚਾ ਗੰਭੀਰ ਜ਼ਖਮੀ ਹਾਲਤ ਵਿੱਚ ਪਿਆ ਸੀ। ਇਸ ਦੌਰਾਨ ਇੱਕ ਔਰਤ ਦੌੜਦੀ ਹੋਈ ਬੱਚਿਆਂ ਵੱਲ ਆਈ ਅਤੇ ਹਾਦਸਾ ਵੇਖ ਕੇ ਉਹ ਵੀ ਸੁੰਨ ਹੋ ਚੁੱਕੀ ਸੀ।
ਕੈਨੇਡਾ ਦੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਰਿਪੂ ਦਮਨ ਸਿੰਘ ਮਲਿਕ ਦੇ ਕਤਲ ਦੇ ਦੋਸ਼ ਵਿੱਚ 2 ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਆਰਸੀਐਮਪੀ ਨੇ ਨਹੀਂ ਦੱਸਿਆ ਕਿ ਇਹ ਦੋਵਾਂ ਨੇ ਕਤਲ ਕਿਉਂ ਕੀਤਾ ਤੇ ਇਸ ਪਿੱਛੇ ਕਿਸ ਦਾ ਹੱਥ ਹੈ। ਇਸ ਪਿੱਛੇ ਡੂੰਗੀ ਸਾਜ਼ਿਸ਼ ਦੱਸੀ ਜਾ ਰਹੀ ਹੈ। ਮਲਿਕ ਨੂੰ 15 ਜੁਲਾਈ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ BC ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਦੋਵੇਂ ਸ਼ੂਟਰਾਂ ਨੂੰ ਬ੍ਰਿਟਿਸ਼ ਕੋਲੰਬੀਆ ਤੋਂ ਗ੍ਰਿਫਤਾਰ ਕੀਤਾ ਗਿਆ ਜਿਸ ਵਿੱਚ ਐਬਸਰਡ ਫੋਰਡ ਤੋਂ 21 ਸਾਲਾ ਟੈਨਰ ਫੌਕਸ ਅਤੇ ਨਿਊ ਵੈਸਟਮਿੰਸਟਰ ਦੇ ਵੈਨਕੂਵਰ ਉਪਨਗਰ ਤੋਂ 23 ਸਾਲਾ ਜੋਸ ਲੋਪੇਜ਼ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਆਰਸੀਐਮਪੀ ਪੁਲਿਸ ਨੇ ਇਸ ਮਾਮਲੇ ਵਿੱਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਅਤੇ ਸਿਰਫ ਇੰਨੇ ਕਿਹਾ ਕਿ ਮਲਿਕ ਦੇ ਕਤਲ ਦੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਅਧਿਕਾਰੀ ਮਨਦੀਪ ਮੁਕਰ ਨੇ ਦੱਸਿਆ ਕਿ ਅਸੀਂ ਪੁਲਿਸ ਦੀ ਮਹਾਰਤ ਨਾਲ ਇਸ ਕਤਲ ਦੇ ਸੰਬੰਧ ਵਿੱਚ ਦੋਵਾਂ ਮੁਲਜ਼ਮਾਂ ਦੀ ਪਛਾਣ ਕਰਕੇ ਗ੍ਰਿਫਤਾਰ ਕਰਨ ਵਿੱਚ ਸਫਲ ਰਹੇ। ਇੱਕ ਸਵਾਲ ਦੇ ਜਵਾਬ ਵਿੱਚ ਅਧਿਕਾਰੀਆਂ ਨੇ ਇਹ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਕਾਰ ਕਿਸ ਦੀ ਸੀ ਅਤੇ ਸ਼ੂਟਰਾਂ ਨੇ ਕਿੱਥੋਂ ਚੋਰੀ ਕੀਤੀ। ਅਧਿਕਾਰੀਆਂ ਨੇ ਸਿਰਫ ਇਹ ਕਿਹਾ ਕਿ ਕਾਰ ਸਾਡੇ ਕੇਸ ਵਿੱਚ ਇੱਕ ਅਹਿਮ ਗਵਾਹ ਹੈ ਤੇ ਇਸ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ। ਮਲਿਕ ਦੇ ਪੁੱਤਰ ਜਸਪ੍ਰੀਤ ਨੇ ਕਿਹਾ ਕਿ ਜਾਂਚ ਦਾ ਨਤੀਜਾ ਜੋ ਵੀ ਹੋਵੇ, ਅਸੀਂ ਇੱਕ ਮਹਾਨ ਵਿਅਕਤੀ ਨੂੰ ਗਵਾ ਦਿੱਤਾ। ਪਰਿਵਾਰ ਦੁਖੀ ਅਤੇ ਸਦਮੇ ਵਿੱਚ ਹੈ। ਜਸਪ੍ਰੀਤ ਨੇ ਕਿਹਾ ਕਿ ਪੁਲਿਸ ਨੇ ਪਰਿਵਾਰ ਨੂੰ ਕੋਈ ਵਾਧੂ ਜਾਣਕਾਰੀ ਨਹੀਂ ਦਿੱਤੀ ਅਤੇ ਉਹ ਇਸ ਵਿਸ਼ੇ ਤੇ ਕਿਆਸ ਨਹੀਂ ਲਗਾਉਣਾ ਚਾਹੁੰਦੇ ਕਿ ਉਹਨਾਂ ਦੇ ਪਿਤਾ ਦੀ ਹੱਤਿਆ ਕਿਉਂ ਕੀਤੀ ਗਈ। ਪਾਕਿਸਤਾਨ ਹੁਣ ਹੜ੍ਹਾਂ ਅਤੇ ਬਾਰਿਸ਼ਾਂ ਦੀ ਮਾਰ ਚੱਲ ਰਿਹਾ। ਹਾਲਾਤ ਇੰਨੇ ਵਿਗੜ ਗਏ ਨੇ ਕਿ 300 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਖਣੀ ਪੱਛਮੀ ਸੂਬੇ ਬਲੋਚਿਸਤਾਨ ਵਿੱਚ ਸਭ ਤੋਂ ਵੱਧ 111 ਮੌਤਾਂ ਹੋਈਆਂ ਨੇ। ਕਰਾਚੀ, ਪੰਜਾਬ, ਸਿੰਧ ਸੂਬੇ ਵਿੱਚ ਸਥਿਤੀ ਗੰਭੀਰ ਬਣੀ ਹੋਈ ਹੈ। ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 31 ਜੁਲਾਈ ਤੱਕ ਭਾਰੀ ਬਰਸਾਤ ਹੋਏਗੀ। ਬਲੋਚਿਸਤਾਨ ਦੇ 10 ਜ਼ਿਲ੍ਹਿਆਂ ਵਿੱਚ ਹਾਈ ਅਲਰਟ ਹੈ। ਦੇਸ਼ ਦੇ ਮੁੱਖ ਸਕੱਤਰ ਅਬਦੁਲ ਅਜੇ ਨੇ ਕਿਹਾ ਕਿ ਭਾਰੀ ਮੀਂਹ ਕਾਰਨ ਬਲੋਚਿਸਤਾਨ ਵਿੱਚ ਸਭ ਤੋਂ ਮਾੜੀ ਸਥਿਤੀ ਬਣੀ ਹੋਈ ਹੈ। ਇੱਥੇ 6077 ਘਰ ਹੜ੍ਹ ਨਾਲ ਰੁੜ ਗਏ ਨੇ। ਕਰੀਬ 10000 ਘਰਾਂ ਨੂੰ ਨੁਕਸਾਨ ਪਹੁੰਚਿਆ। ਇੰਨਾ ਹੀ ਨਹੀਂ, 16 ਡੈਮਾਂ ਦੀਆਂ ਕੰਧਾਂ ਨੂੰ ਵੀ ਨੁਕਸਾਨ ਪਹੁੰਚਿਆ। 2400 ਸੋਲਰ ਪੈਨਲ ਵੀ ਨੁਕਸਾਨੇ ਗਏ ਨੇ। ਅਕੀਲੀਕ ਨੇ ਕਿਹਾ ਕਿ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਕਾਰਨ ਕਰੀਬ 650 ਕਿਲੋਮੀਟਰ ਸੜਕ ਨੁਕਸਾਨੀ ਗਈ ਹੈ। ਈਵੇਟ 에ਅਰਲਾਈਨ ਇੰਡੀਗੋ ਦੀ ਇੱਕ ਫਲਾਈਟ ਹਾਦਸੇ ਤੋਂ ਬਚ ਗਈ ਹੈ। ਕੋਲਕਾਤਾ ਜਾ ਰਹੀ ਇੰਡੀਗੋ ਫਲਾਈਟ ਰਨਵੇ ਤੇ ਫਿਸਲ ਗਈ। ਰਨਵੇ ਤੇ ਫਿਸਲਣ ਤੋਂ ਬਾਅਦ ਜਹਾਜ਼ ਚਿੱਕੜ ਵਿੱਚ ਫਸ ਗਿਆ। ਸ਼ੁਕਰ ਹੈ ਕਿ ਇਸ ਦੌਰਾਨ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ। ਇਹ ਫਲਾਈਟ ਅਸਾਮ ਦੇ ਜ਼ੋਰਹਾਟ ਤੋਂ ਕੋਲਕਾਤਾ ਲਈ ਰਵਾਨਾ ਹੋਈ ਸੀ। ਇੰਡੀਗੋ 에ਅਰਲਾਈਨਸ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ। 에ਅਰਲਾਈਨ ਦੇ ਹਵਾਲੇ ਨਾਲ ਕਿਹਾ ਗਿਆ ਕਿ ਜ਼ੋਰਹਾਟ ਤੋਂ ਟੇਕ ਆਫ ਦੌਰਾਨ ਜਹਾਜ਼ ਰਨਵੇ ਤੇ ਫਿਸਲ ਗਿਆ ਤੇ ਚਿੱਕੜ 'ਚ ਫਸ ਗਿਆ। ਇਸ ਘਟਨਾ ਵਿੱਚ ਕਿਸੇ ਯਾਤਰੀ ਨੂੰ ਸੱਟ ਨਹੀਂ ਲੱਗੀ। 에ਅਰਲਾਈਨਸ ਨੇ ਇਹ ਵੀ ਕਿਹਾ ਕਿ ਘਟਨਾ ਦੀ ਜਾਂਚ ਲਈ ਇੱਕ ਟੀਮ ਦਾ ਗਠਨ ਕੀਤਾ ਗਿਆ ਹੈ। ਜਹਾਜ਼ ਦੇ ਸ਼ੁਰੂਆਤੀ ਨਿਰੀਖਣ ਦੌਰਾਨ ਕੋਈ ਅਸਧਾਰਨਤਾ ਨਜ਼ਰ ਨਹੀਂ ਆਈ। ਨਿਊਜ਼ ਏਜੰਸੀ ਮੁਤਾਬਕ ਜਹਾਜ਼ ਵਿੱਚ ਕੁੱਲ 98 ਯਾਤਰੀ ਸਵਾਰ ਸਨ। ਇੰਡੀਗੋ ਦੀ ਫਲਾਈਟ 6E757 ਨੇ ਵੀਰਵਾਰ ਨੂੰ ਦੁਪਹਿਰ 2:20 ਤੇ ਉਡਾਣ ਭਰੀ। ਟੇਕ ਆਫ ਦੌਰਾਨ ਜਹਾਜ਼ ਦੇ ਪਹੀਏ ਰਨਵੇ ਤੋਂ ਉਤਰ ਗਏ ਤੇ ਚਿੱਕੜ ਵਿੱਚ ਫਸ ਗਏ। ਘਟਨਾ ਦੀ ਸੂਚਨਾ ਸੰਬੰਧਿਤ ਅਧਿਕਾਰੀਆਂ ਨੂੰ ਦਿੱਤੀ ਗਈ। ਭਾਰਤੀ ਹਵਾਈ ਸੈਨਾ ਦੀ ਮਦਦ ਨਾਲ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰਿਆ ਗਿਆ। ਭਾਰਤੀ ਹਵਾਈ ਸੈਨਾ ਹਵਾਈ ਅੱਡੇ ਦੀ ਦੇਖਰੇਖ ਕਰ ਰਹੀ ਹੈ। ਬਾਅਦ ਵਿੱਚ ਫਲਾਈਟ ਰੱਦ ਕਰ ਦਿੱਤੀ ਗਈ। 1 ਸਾਲ ਪਹਿਲਾਂ ਭਾਰਤੀ ਮੂਲ ਦੇ 2 ਕਾਮਿਆਂ ਦੇ ਨਾਲ ਗਾਲੀ ਗਲੋਚ ਕਰਨ ਦੇ ਦੋਸ਼ ਵਿੱਚ ਸਿੰਗਾਪੁਰ ਦੇ ਇੱਕ ਨਾਗਰਿਕ ਨੂੰ ਵੀਰਵਾਰ ਨੂੰ ਹਫ਼ਤੇ ਦੀ ਕੈਦ ਤੇ ਸਿੰਗਾਪੁਰੀ ਡਾਲਰ $1000 ਜਨ ਦਾ ਜੁਰਮਾਨਾ ਕੀਤਾ ਗਿਆ। ਲੀ ਪੋ ਕਿਆਨ, ਜਿਸ ਨੇ 2 ਵਿਦੇਸ਼ੀ ਕਰਮਚਾਰੀਆਂ ਨੂੰ ਬੇਇੱਜ਼ਤ ਕੀਤਾ ਸੀ, ਨੇ ਆਪਣੇ ਬਚਾਅ ਵਿੱਚ ਕਿਹਾ ਕਿ ਉਹ ਤਾਂ ਸੰਵਿਧਾਨਕ ਅਧਿਕਾਰ ਹੈ ਕਿ ਉਹ ਆਪਣੇ ਆਪ ਨੂੰ ਪ੍ਰਗਟ ਕਰੇ। ਲੀ ਨੇ ਮੰਨਿਆ ਕਿ ਉਸਨੇ 2 ਆਦਮੀਆਂ ਨੂੰ ਕਿਹਾ ਸੀ ਕਿ ਸਿੰਗਾਪੁਰ ਉਹਨਾਂ ਨੂੰ ਪਸੰਦ ਨਹੀਂ ਕਰਦਾ ਤੇ ਉਹਨਾਂ ਤੋਂ ਬਹੁਤ ਦੂਰ ਜਾਣਾ ਚਾਹੀਦਾ ਹੈ। ਲੀ ਨੇ ਵੀ ਕਿਹਾ ਸੀ ਕਿ ਤੁਹਾਡਾ ਮੇਰੇ ਦੇਸ਼ ਵਿੱਚ ਦਖਲ ਹੋਣਾ ਗਲਤ ਹੈ। ਇਹ ਸਰਕਾਰ ਵੀ ਗੈਰ ਕਾਨੂੰਨੀ ਹੈ। ਅਸੀਂ ਤੁਹਾਨੂੰ ਬਾਹਰ ਕੱਢ ਦੇਵਾਂਗੇ। ਕੈਨੇਡਾ ਦੀ ਸਰਕਾਰ ਨੇ ਬੁੱਧਵਾਰ ਨੂੰ ਸਪਸ਼ਟ ਕੀਤਾ ਕਿ ਦੇਸ਼ ਵਿੱਚ ਗਿਰਜਾ ਘਰਾਂ ਵੱਲੋਂ ਚਲਾਏ ਜਾਂਦੇ ਆਦੀਵਾਸੀ ਸਕੂਲਾਂ ਵਿੱਚ ਮੂਲ ਵਾਸੀਆਂ ਤੇ ਹੋਏ ਅਤਿਆਚਾਰੀ ਸੰਬੰਧੀ ਪੋਪ ਫ੍ਰਾਂਸਿਸ ਵੱਲੋਂ ਮੰਗੀ ਗਈ ਮਾਫੀ ਮਨਜ਼ੂਰ ਨਹੀਂ ਹੈ। ਸਰਕਾਰ ਨੇ ਕਿਹਾ ਕਿ ਅਤੀਤ ਵਿੱਚ ਹੋਏ ਬੁਰੇ ਵਿਵਹਾਰ ਲਈ ਮੌਜੂਦਾ ਸਮੇਂ ਦੌਰਾਨ ਸੁਲ੍ਹਾ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿੱਚ ਹਾਲੇ ਵੀ ਬਹੁਤ ਕੁਝ ਕਰਨਾ ਬਾਕੀ ਹੈ। ਸਰਕਾਰ ਦਾ ਇਹ ਪ੍ਰਤੀਕਰਮ ਉਸ ਵੇਲੇ ਆਇਆ ਜਦੋਂ ਪੋਪ ਫ੍ਰਾਂਸਿਸ ਕੈਨੇਡਾ ਦੀ ਆਪਣੀ ਹਫ਼ਤਾਵਾਰੀ ਯਾਤਰਾ ਦੇ ਦੂਜੇ ਪੜਾਅ ਦੌਰਾਨ ਕਿਊਬੈਕ ਸਿਟੀ ਪਹੁੰਚੇ, ਜਿੱਥੇ ਉਹਨਾਂ ਗਵਰਨਰ ਜਨਰਲ ਮੈਰੀ ਸਾਈਮਨ ਦੇ ਘਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕੀਤੀ। ਪੋਪ ਫ੍ਰਾਂਸਿਸ ਨੇ ਕਿਹਾ ਕਿ ਉਹ ਆਦੀਵਾਸੀ ਸਕੂਲਾਂ ਵਿੱਚ ਗਿਰਜਾ ਘਰਾਂ ਦੀ ਭੂਮਿਕਾ ਸੰਬੰਧੀ ਪਛਤਾਤਾਪ ਯਾਤਰਾ ਉੱਤੇ ਆਏ ਨੇ। ਕੈਨੇਡਾ ਵਿੱਚ ਕਈ ਪੀੜ੍ਹੀਆਂ ਤੱਕ ਆਦੀਵਾਸੀਆਂ ਦੇ ਬੱਚਿਆਂ ਨੂੰ ਜ਼ਬਰੀ ਗਿਰਜਾ ਘਰਾਂ ਵੱਲੋਂ ਚਲਾਏ ਜਾਂਦੇ ਅਤੇ ਸਰਕਾਰ ਵੱਲੋਂ ਫੰਡ ਪ੍ਰਾਪਤ ਬੋਰਡਿੰਗ ਸਕੂਲਾਂ ਵਿੱਚ ਜਾਣ ਲਈ ਮਜਬੂਰ ਕੀਤਾ ਜਾਂਦਾ ਸੀ ਤਾਂ ਕਿ ਉਹਨਾਂ ਦੇ ਈਸਾਈ ਧਰਮ ਅਤੇ ਕੈਨੇਡੀਅਨ ਸਮਾਜ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਜਾ ਸਕੇ। ਕੈਨੇਡਾ ਦੀ ਸਰਕਾਰ ਨੇ ਕਿਹਾ ਕਿ ਇਹਨਾਂ ਸਕੂਲਾਂ ਵਿੱਚ ਸਰੀਰਕ ਸ਼ੋਸ਼ਣ ਅਤੇ ਕੁੱਟਮਾਰ ਆਮ ਗੱਲ ਸੀ ਅਤੇ ਬੱਚਿਆਂ ਨੂੰ ਉਹਨਾਂ ਦੀ ਮਾਂ ਬੋਲੀ ਵਿੱਚ ਗੱਲ ਕਰਨ ਤੇ ਕੁੱਟਿਆ ਜਾਂਦਾ ਸੀ। ਪੋਪ ਫ੍ਰਾਂਸਿਸ ਨੇ ਸੋਮਵਾਰ ਨੂੰ ਬੀਤੇ ਸਮੇਂ ਦੌਰਾਨ ਗਿਰਜਾ ਘਰਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੇ ਵਿਵਹਾਰ ਲਈ ਮੁਆਫੀ ਮੰਗੀ ਸੀ। ਕੈਨੇਡਾ ਵਿੱਚ ਜਦੋਂ ਅਜਿਹੇ ਆਦੀਵਾਸੀ ਸਕੂਲਾਂ ਦਾ ਪ੍ਰਬੰਧਨ ਆਖਰੀ ਦੌਰ ਵਿੱਚ ਸੀ ਤਾਂ ਉਦੋਂ ਟਰੂਡੋ ਦੇ ਪਿਤਾ
ਪੀਅਰ ਟਰੂਡੋ ਪ੍ਰਧਾਨ ਮੰਤਰੀ ਸਨ। ਜਸਟਿਨ ਟਰੂਡੋ ਨੇ ਕਿਹਾ ਕਿ ਅਤੀਤ ਵਿੱਚ ਹੋਏ ਅਤਿਆਚਾਰਾਂ ਲਈ ਕੈਥੋਲਿਕ ਚਰਚ ਨੂੰ ਇੱਕ ਸੰਸਥਾ ਵਜੋਂ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਸੁਲ੍ਹਾ ਲਈ ਹੋਰ ਕੰਮ ਕਰਨ ਦੀ ਲੋੜ ਹੈ। ਰੋਜ਼ੀ ਰੋਟੀ ਲਈ ਦੁਬਈ ਗਏ ਹਰਪਾਲ ਜੋਤਿਸ਼ ਸ਼ਾਹ ਦੀ ਭੇਤਭਰੀ ਹਾਲਤ ਵਿੱਚ ਮੌਤ ਹੋਣ ਦਾ ਸਮਾਚਾਰ ਮਿਲਿਆ। ਜਾਣਕਾਰੀ ਅਨੁਸਾਰ ਮ੍ਰਿਤਕ ਹਰਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜੋਤਿਸ਼ ਸ਼ਾਹ ਦੇ ਤਾਏ ਦੇ ਲੜਕੇ ਦਿਲਬਾਗ ਸਿੰਘ ਪੁੱਤਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਹਰਪਾਲ ਦੇ ਮਾਤਾ-ਪਿਤਾ ਬਹੁਤ ਚਿਰ ਪਹਿਲਾਂ ਹੀ ਗੁਜ਼ਰ ਚੁੱਕੇ ਨੇ। ਹਰਪਾਲ ਇਕੱਲਾ ਹੀ ਸੀ ਜਿਸ ਦਾ ਅਸੀਂ ਹੀ ਪਾਲਣ ਪੋਸ਼ਣ ਕੀਤਾ। ਜਨਵਰੀ 2018 ਨੂੰ ਇਹ ਦੁਬਈ ਵਿਖੇ ਚਲਾ ਗਿਆ ਤੇ ਕਿਸੇ ਕੰਪਨੀ ਵਿੱਚ ਕੰਮ ਕਰਨ ਲੱਗ ਪਿਆ। ਦੁਬਈ ਵਿੱਚ ਉਹ ਆਪਣੇ ਦੋਸਤਾਂ ਨਾਲ ਰਹਿ ਰਿਹਾ ਸੀ। ਹਰਪਾਲ ਦੀ ਮੌਤ ਬਾਰੇ ਸਾਨੂੰ ਬੁੱਧਵਾਰ ਸ਼ਾਮੀ ਫੋਨ ਆਇਆ। ਅਸੀਂ ਹਰਪਾਲ ਸਿੰਘ ਦੇ ਮ੍ਰਿਤਕ ਦੇ ਵਾਪਸ ਮੰਗਵਾਉਣ ਲਈ ਸਾਰੇ ਸਰਬੂਤ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਐਸਐਸਪੀ ਉਬਰਾਇਨ ਨੂੰ ਭੇਜ ਚੁੱਕੇ ਹਾਂ ਅਤੇ ਉਹਨਾਂ ਦੇ ਨਾਲ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਕਿ ਸਾਡੇ ਲੜਕੇ ਦੀ ਮ੍ਰਿਤਕ ਤੇ ਵਾਪਸ ਲਿਆਂਦੀ ਜਾਣ ਦੇ ਪ੍ਰਬੰਧ ਕੀਤੇ ਜਾਣ ਤਾਂ ਜੋ ਅਸੀਂ ਉਹਨਾਂ ਦੀਆਂ ਅੰਤਿਮ ਰਸਮਾਂ ਕਰ ਸਕੀਏ। ਇਸ ਸੰਬੰਧੀ ਜਦ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਜ਼ਿਲ੍ਹਾ ਪ੍ਰਧਾਨ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਕਿਹਾ ਟਰਸਟ ਦੇ ਯਤਨਾਂ ਸਦਕਾ ਸ਼ੁੱਕਰਵਾਰ ਸ਼ਾਮ ਤੱਕ ਜਾਂ ਸ਼ਨੀਵਾਰ ਨੂੰ ਸਵੇਰੇ ਮ੍ਰਿਤਕ ਦੇ ਵਾਪਸ ਜੋਤਿਸ਼ਾ ਪੁੱਜੇਗੀ। ਆਕਲੈਂਡ ਦੇ ਇੱਕ ਸ਼ਹਿਰ ਮੈਨਖਾਓ ਨੇੜੇ ਇੱਕ ਗਲੀ ਦਾ ਨਾਮ ਵਾਹਿਗੁਰੂ ਲੇਨ ਰੱਖਿਆ ਗਿਆ ਹੈ ਜੋ ਕਿ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਉੱਥੇ ਇਸ ਗਲੀ ਦਾ ਨਾਮ ਰਖਵਾਉਣ ਵਿੱਚ ਪਾਕਿਸਤਾਨੀ ਮੂਲ ਦੇ ਪੰਜਾਬੀ ਅਤੇ ਸਾਬਕਾ ਸੰਸਦ ਮੈਂਬਰ ਡਾਕਟਰ ਅਸ਼ਰਫ ਚੌਧਰੀ ਜੋ ਉਟਾਰਾ ਪਾਪਾ ਟੋਏ ਟੋਏ ਦੇ ਲੋਕਲ ਬੋਰਡ ਦੇ ਮੈਂਬਰ ਨੇ ਅਹਿਮ ਭੂਮਿਕਾ ਨਿਭਾਈ ਹੈ ਤੇ ਇਸ ਨੂੰ ਮਨਜ਼ੂਰੀ ਦਵਾਈ ਹੈ। ਲੋਕਲ ਬੋਰਡ ਵਿੱਚ ਡਾਕਟਰ ਅਸ਼ਰਫ ਚੌਧਰੀ ਨੇ ਪਿਛਲੇ 2 ਕਾਰਜਕਾਲਾਂ ਦੌਰਾਨ ਪਾਪਾ ਟੋਏ ਟੋਏ ਵਿੱਚ ਨਵੀਆਂ ਗਲੀਆਂ ਸੜਕਾਂ ਲਈ ਘੱਟੋ ਘੱਟ ਅੱਧੀ ਦਰਜਨ ਭਾਰਤੀ ਮੂਲ ਦੇ ਨਾਮਾਂ ਨੂੰ ਮਨਜ਼ੂਰੀ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਹਨਾਂ ਵਿੱਚ ਇੱਕ ਰੀਡਾਊਟ ਰੋਡ ਤੋਂ ਮੁੜਦੀ ਨਵੀਂ ਗਲੀ ਦੀ ਨਾਮ ਵਾਹਿਗੁਰੂ ਲੇਨ ਰੱਖਿਆ ਗਿਆ ਹੈ। ਦੱਸਦੀ ਹੈ ਕਿ ਆਕਲੈਂਡ ਵਿਖੇ ਘਰ ਬਣਾਉਣ ਵਾਲੀ ਪੰਜਾਬੀਆਂ ਦੀ ਇੱਕ ਕੰਪਨੀ ਸਨਸ਼ਾਈਨ ਹੋਮਸ ਲਿਮਟਿਡ ਨੇ ਜਦੋਂ ਆਕਲੈਂਡ ਦੇ ਸ਼ਹਿਰ ਮਨਕਾਓ ਨੇੜੇ ਰੀਟਾਊਡ ਰੋਡ ਤੇ 3 ਵੱਡੇ ਪਲਾਟ ਲੈ ਕੇ 19 ਨਵੇਂ ਘਰ ਬਣਾਉਣੇ ਸੀ ਤਾਂ ਉਹਨਾਂ ਉੱਥੇ ਬਣਨ ਵਾਲੀ ਨਵੀਂ ਗਲੀ ਦਾ ਨਾਮ ਰੱਖਣ ਲਈ 3 ਨਾਮ ਪੇਸ਼ ਕੀਤੇ ਸਨ ਜਿਹੜੇ ਕਿਤੇ ਨਾ ਕਿਤੇ ਵਾਹਿਗੁਰੂ ਦੀ ਯਾਦ ਦਿਵਾਉਂਦੇ ਸਨ। ਨਵੰਬਰ 2021 ਵਿੱਚ ਨਾਂ ਰੱਖਣ ਵਾਲੀ ਕੌਂਸਲ ਨਾਲ ਗੱਲ ਚੱਲੀ ਸੀ। ਦੱਸਦੀ ਹੈ ਕਿ ਨਵੀਆਂ ਗਲੀਆਂ ਅਤੇ ਬਣ ਰਹੀਆਂ ਸੜਕਾਂ ਨੂੰ ਨਾਂ ਦੇਣ ਦਾ ਅਧਿਕਾਰ ਸਥਾਨਕ ਕੌਂਸਲ ਕੋਲ ਹੁੰਦਾ ਹੈ ਅਤੇ ਸਥਾਨਕ ਲੋਕਲ ਬੋਰਡ ਮੁੱਖ ਭੂਮਿਕਾ ਨਿਭਾਉਂਦੇ ਨੇ। ਆਕਲੈਂਡ ਵਿੱਚ 21 ਲੋਕਲ ਬੋਰਡ ਨੇ ਅਤੇ ਉਹਨਾਂ ਨੂੰ ਅਜਿਹੀਆਂ ਨਵੀਆਂ ਸੜਕਾਂ ਅਤੇ ਗਲੀ ਦੇ ਨਾਮ ਨੂੰ ਮਨਜ਼ੂਰੀ ਦੇਣ ਦਾ ਅੰਤਿਮ ਅਧਿਕਾਰ ਦਿੱਤਾ ਗਿਆ ਹੈ। ਵਿਸ਼ਵ ਵਿਆਪੀ ਤੌਰ ਤੇ ਮਸ਼ਹੂਰ ਬ੍ਰਿਟਿਸ਼ ਫੈਸ਼ਨ ਕੰਪਨੀ ਬਰਬਰੀ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਖਾਸ ਤੌਰ ਤੇ ਭਾਰਤ ਵਿੱਚ ਜਦੋਂ ਤੋਂ ਇਸਨੇ ਆਪਣੇ ਚਿਲਡਰਨ ਕਲੈਕਸ਼ਨ 2022 ਨੂੰ ਪ੍ਰਮੋਟ ਕਰਨ ਲਈ ਇੱਕ ਸਿੱਖ ਬੱਚੇ ਨੂੰ ਚੁਣਿਆ। 4 ਸਾਲ ਦੇ ਬਰਬਰੀ ਸਿੱਖ ਕਿਡ ਨੇ ਬਰਬਰੀ ਚਿਲਡਰਨ ਕਲੈਕਸ਼ਨ ਤੋਂ ਬੈਕ ਟੂ ਸਕੂਲ ਡਿਜ਼ਾਈਨ ਲਈ ਪੋਸਟ ਦਿੱਤਾ। ਵਾਇਰਲ ਬਰਬਰੀ ਚਿਲਡਰਨ ਕਲੈਕਸ਼ਨ 2022 ਤਸਵੀਰਾਂ ਵਿੱਚ ਸਿੱਖ ਬੱਚੇ ਨੂੰ ਇੱਕ ਪ੍ਰਿੰਟਡ ਪਫਰ ਜੈਕਟ ਪਾਉਂਦੇ ਦੇਖਿਆ ਜਾ ਸਕਦਾ ਹੈ ਜਿਸ ਦੀ ਕੀਮਤ $790 ਹੈ ਤੇ ਇੱਕ ਰਿਸ਼ ਪ੍ਰਿੰਟ ਬਲੂ ਬਲੇਡ ਕਾਰਡਿਗਨ $530 ਦੀ ਕੀਮਤ ਵਾਲੇ ਚਿੱਟੇ ਰੰਗ ਦੇ ਨਾਲ ਤਿਆਰ ਕੀਤਾ ਹੋਇਆ ਹੈ। ਖਬਰਾਂ ਮੁਤਾਬਕ ਵਾਇਰਲ ਹੋਏ ਬਰਬਰੀ ਸਿੱਖ ਬੱਚੇ ਦਾ ਨਾਮ ਸਾਹਿਬ ਸਿੰਘ ਹੈ ਤੇ ਉਸ ਦੀ ਉਮਰ 4 ਸਾਲ ਹੈ। ਸਾਹਿਬ ਦੇ ਆਪਣੇ ਇੰਸਟਾਗ੍ਰਾਮ ਤੇ ਫਾਲੋਅਰਸ ਵੀ ਚੰਗੀ ਗਿਣਤੀ ਹੈ। ਉਸ ਦੀ ਬਾਇਓ ਦੱਸਦੀ ਹੈ ਕਿ ਸਾਹਿਬ ਇੱਕ ਪੇਸ਼ੇਵਰ ਬੱਚਿਆਂ ਦਾ ਮਾਡਲ ਹੈ। ਸਾਹਿਬ ਦੀ ਇੱਕ ਵੱਡੀ ਭੈਣ ਹੈ ਜਿਸ ਦਾ ਨਾਮ ਸੱਚ ਕੌਰ ਹੈ ਜੋ ਉਸ ਦੇ ਨਾਲ ਉਸ ਦੇ ਜ਼ਿਆਦਾਤਰ ਇੰਸਟਾਗ੍ਰਾਮ ਪੋਸਟਾਂ ਵਿੱਚ ਦੇਖੀ ਜਾ ਸਕਦੀ ਹੈ। ਵਾਇਰਲ ਬਰਬਰੀ ਸਿੱਖ ਮੁੰਡੇ ਦੀ ਨੁਮਾਇੰਦਗੀ ਸਾਊਥ ਕੋਸਟ ਕਿਡਸ ਲਿਮਟਿਡ ਨਾਮ ਦੀ ਇੱਕ ਮਾਡਲਿੰਗ ਏਜੰਸੀ ਦੁਆਰਾ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸਾਹਿਬ ਲਈ ਇਹ ਉਸ ਦਾ ਪਹਿਲਾ ਬ੍ਰਾਂਡ ਐਡ ਨਹੀਂ ਹੈ ਕਿਉਂਕਿ ਉਸਨੇ ਪ੍ਰਾਈਮਾਰਕ ਸਮੇਤ ਅਤੀਤ ਵਿੱਚ ਕਈ ਹੋਰ ਬ੍ਰਾਂਡਾਂ ਲਈ ਮਾਡਲਿੰਗ ਕੀਤੀ ਹੈ। ਬਰਬਰੀ ਦੀ ਸਥਾਪਨਾ 1856 ਵਿੱਚ ਥਾਮਸ ਬਰਬਰੀ ਦੁਆਰਾ ਕੀਤੀ ਗਈ ਸੀ ਅਤੇ ਲੰਡਨ ਵਿੱਚ ਸਥਿਤ ਹੈ। ਅਸਲ ਵਿੱਚ ਬਾਹਰੀ ਪਹਿਰਾਵੇ ਦੇ ਵਿਕਾਸ ਤੇ ਧਿਆਨ ਕੇਂਦਰਿਤ ਕਰਦੇ ਹੋਏ ਹਾਈ ਫੈਸ਼ਨ ਮਾਰਕੀਟ ਵਿੱਚ ਚਲਾ ਗਿਆ ਹੈ। ਗੈਬਾਰਡੀਨ ਅਤੇ ਬ੍ਰਾਂਡ ਲਈ ਵਿਸ਼ੇਸ਼ ਤੌਰ ਤੇ ਬਣੇ ਉਤਪਾਦਾਂ ਦਾ ਵਿਕਾਸ ਕਰ ਰਿਹਾ ਹੈ। ਐਮਨੈਸਟੀ ਇੰਟਰਨੈਸ਼ਨਲ ਨੇ ਆਪਣੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਰਾਜ ਦੌਰਾਨ ਲੜਕੀਆਂ ਦੀਆਂ ਅਤੇ ਔਰਤਾਂ ਤੇ ਅਤਿਆਚਾਰ ਵਧੇ ਨੇ। ਰਿਪੋਰਟ ਮੁਤਾਬਕ ਅਫਗਾਨਿਸਤਾਨ ਤੋਂ ਜਦੋਂ ਤੋਂ ਸੱਤਾ ਤਾਲਿਬਾਨ ਦੇ ਹੱਥਾਂ 'ਚ ਗਈ ਹੈ ਤਾਂ ਦੁਨੀਆ ਨੂੰ ਸਭ ਤੋਂ ਜ਼ਿਆਦਾ ਇਸ ਦੇਸ਼ ਵਿੱਚ ਔਰਤਾਂ ਤੇ ਕੁੜੀਆਂ ਦੀ ਹਾਲਤ ਨੂੰ ਲੈ ਕੇ ਜ਼ਿਆਦਾ ਚਿੰਤਾ ਰਹੀ ਹੈ। ਐਮਨੈਸਟੀ ਇੰਟਰਨੈਸ਼ਨਲ ਦੇ ਇੱਕ ਬਿਆਨ ਨਾਲ ਉਹਨਾਂ ਬਹੁਤ ਸਾਰੀਆਂ ਚਿੰਤਾਵਾਂ ਨੂੰ ਮਜ਼ਬੂਤੀ ਮਿਲੀ ਹੈ। ਐਮਨੈਸਟੀ ਇੰਟਰਨੈਸ਼ਨਲ ਮੁਤਾਬਕ ਤਾਲਿਬਾਨ ਦੇ ਰਾਜ ਵਿੱਚ ਅਫਗਾਨਿਸਤਾਨ ਦੀਆਂ ਔਰਤਾਂ ਤੇ ਕੁੜੀਆਂ ਦੀ ਹਾਲਤ ਬਦ ਤੋਂ ਬਦਤਰ ਹੋਈ ਹੈ। ਤਾਲਿਬਾਨ ਨੇ ਇਸ ਵਰਗ ਦੀ ਸਿੱਖਿਆ, ਰੁਜ਼ਗਾਰ ਅਤੇ ਹੋਰ ਅਧਿਕਾਰਾਂ ਨੂੰ ਲਤਾੜਿਆ ਹੈ। ਇੰਨਾ ਹੀ ਨਹੀਂ, ਅਜੀਬੋ-ਗਰੀਬ ਨਿਯਮਾਂ ਦੀ ਪਾਲਣਾ ਕਰਨ 'ਚ ਥੋੜੀ ਜਿਹੀ ਲਾਪਰਵਾਹੀ ਲਈ ਉਸ ਨੂੰ ਹਿਰਾਸਤ ਵਿੱਚ ਲੈ ਕੇ ਤਸੀਹੇ ਦਿੱਤੇ ਗਏ। ਐਮਨੈਸਟੀ ਦੇ ਸਕੱਤਰ ਜਨਰਲ ਐਗਨੇਸ ਨੇ ਅਨੁਸਾਰ ਆਪਣੇ ਸ਼ਾਸਨ ਦੇ 1 ਸਾਲ ਤੋਂ ਵੀ ਘੱਟ ਸਮੇਂ ਬਾਅਦ ਤਾਲਿਬਾਨ ਨੇ ਲੱਖਾਂ ਔਰਤਾਂ ਤੇ ਕੁੜੀਆਂ ਨੂੰ ਸੁਰੱਖਿਅਤ, ਆਜ਼ਾਦ ਅਤੇ ਪੂਰੀ ਜ਼ਿੰਦਗੀ ਜਿਉਣ ਦੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ।
ਰੂਸੀ ਫੌਜ ਨੇ ਪਿਛਲੇ ਕੁਝ ਹਫ਼ਤਿਆਂ ਵਿੱਚ ਪਹਿਲੀ ਵਾਰ ਕੀਵ ਖੇਤਰ 'ਚ ਵੀਰਵਾਰ ਨੂੰ ਮਿਜ਼ਾਈਲ ਹਮਲਾ ਕੀਤਾ। ਇਸ ਨਾਲ ਹੀ ਰੂਸੀ ਫੌਜ ਨੇ ਉੱਤਰੀ ਚੇਰਨੀਹਾਈਵ ਖੇਤਰ 'ਚ ਵੀ ਹਮਲਾ ਕੀਤਾ। ਇਸ ਦਰਮਿਆਨ ਯੂਕਰੇਨੀ ਅਧਿਕਾਰੀਆਂ ਨੇ ਦੇਸ਼ ਦੇ ਦੱਖਣ 'ਚ ਕਬਜ਼ੇ ਵਾਲੇ ਖੈਰਸਤਾਨ ਖੇਤਰ ਨੂੰ ਵਾਪਸ ਕਰਨ ਲਈ ਇੱਕ ਜਵਾਬੀ ਕਾਰਵਾਈ ਦਾ ਐਲਾਨ ਕੀਤਾ। ਜੰਗ ਦੀ ਸ਼ੁਰੂਆਤ ਵਿੱਚ ਖੈਰਸਤਾਨ ਖੇਤਰ 'ਚ ਰੂਸ ਦੀ ਫੌਜ ਨੇ ਕਬਜ਼ਾ ਕਰ ਲਿਆ ਸੀ। ਖੇਤਰੀ ਗਵਰਨਰ ਉਲੇਸਕੀ ਕੁਲੇਬਾ ਨੇ ਟੈਲੀਗ੍ਰਾਮ ਤੇ ਕਿਹਾ ਕਿ ਕੀਵ ਦੇ ਬਾਹਰੀ ਇਲਾਕੇ ਵਿੱਚ ਸਥਿਤ ਵਾਸ਼ਗੋਰੋਡ ਜ਼ਿਲ੍ਹੇ ਨੂੰ ਸਵੇਰੇ ਨਿਸ਼ਾਨਾ ਬਣਾਇਆ ਗਿਆ। ਕੁਲੇਬਾ ਨੇ ਯੂਕਰੇਨੀ ਟੈਲੀਵਿਜ਼ਨ ਤੇ ਕਿਹਾ ਕਿ ਰੂਸ ਮਿਜ਼ਾਈਲਾਂ ਦੀ ਮਦਦ ਨਾਲ ਉਸ ਵੱਲ ਕੀਤੇ ਜਾ ਰਹੇ ਟਕਰਾਅ ਦਾ ਬਦਲਾ ਲੈ ਰਹੇ ਨੇ। ਯੂਕਰੇਨ ਪਹਿਲਾਂ ਹੀ ਰੂਸ ਦੀਆਂ ਯੋਜਨਾਵਾਂ ਵਿੱਚ ਸਫਲ ਕਰ ਚੁੱਕਿਆ ਹੈ ਤੇ ਉਹ ਆਪਣਾ ਬਚਾਅ ਕਰਨਾ ਜਾਰੀ ਰੱਖੇਗਾ। ਚੇਰਨਹਾਈਵ ਖੇਤਰ ਦੇ ਗਵਰਨਰ ਨੇ ਕਿਹਾ ਹੈ ਕਿ ਰੂਸੀ ਫੌਜ ਨੇ ਬੈਲਾਰੂਸ ਦੇ ਖੇਤਰ ਤੋਂ ਹੌਰਚਰਵਿਕਸਾ ਪਿੰਡ ਵਿੱਚ ਮਿਜ਼ਾਈਲਾਂ ਵੀ ਦਾਗੀਆਂ ਨੇ। ਚੇਰਨਹਾਈਵ ਖੇਤਰ ਨੂੰ ਹਫ਼ਤਿਆਂ 'ਚ ਨਿਸ਼ਾਨਾ ਨਹੀਂ ਬਣਾਇਆ ਗਿਆ ਸੀ। ਯੂਕਰੇਨ ਦੇ ਰਾਸ਼ਟਰਪਤੀ ਦਫ਼ਤਰ ਨੇ ਵੀਰਵਾਰ ਦੀ ਸਵੇਰ ਨੂੰ ਕਿਹਾ ਕਿ ਪਿਛਲੇ 24 ਘੰਟਿਆਂ 'ਚ ਸ਼ਹਿਰਾਂ ਅਤੇ ਪਿੰਡਾਂ 'ਚ ਰੂਸੀ ਗੋਲੀਬਾਰੀ ਵਿੱਚ ਪੂਰਬੀ ਡੋਨੇਟਸਕ ਸੂਬੇ 'ਚ ਘੱਟੋ-ਘੱਟ 5 ਨਾਗਰਿਕਾਂ ਦੀ ਮੌਤ ਹੋ ਗਈ ਹੈ ਤੇ 9 ਹੋਰ ਜ਼ਖਮੀ ਹੋ ਗਏ ਨੇ। ਡੋਨੇਟਸਕ ਖੇਤਰ ਦੇ ਗਵਰਨਰ ਪਾਵੋਲੋ ਨੇ ਟੈਲੀਗ੍ਰਾਮ ਤੇ ਕਿਹਾ ਕਿ ਫਿਰ ਤੋਂ ਮਿਜ਼ਾਈਲ ਹਮਲਾ ਅਸੀਂ ਹਾਰ ਨਹੀਂ ਮੰਨਾਂਗੇ, ਅਸੀਂ ਡਰਾਂਗੇ ਨਹੀਂ। ਇੰਗਲੈਂਡ ਦੇ ਸ਼ਹਿਰ ਬਰਮਿੰਘਮ ਦੇ ਅਲੈਗਜ਼ੈਂਡਰ ਸਟੇਡੀਅਮ ਵਿੱਚ 22ਵੀਆਂ ਰਾਸ਼ਟਰਮੰਡਲ ਖੇਡਾਂ ਦਾ ਰੰਗਾਰੰਗ ਆਗਾਜ਼ ਹੋਇਆ। ਇਨ੍ਹਾਂ ਖੇਡਾਂ ਵਿੱਚ 72 ਦੇਸ਼ਾਂ ਦੇ 5000 ਤੋਂ ਜ਼ਿਆਦਾ ਐਥਲੀਟ ਵੀ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਤਮਗਿਆਂ ਲਈ ਉਤਰਨਗੇ। ਬਰਮਿੰਘਮ ਪਹਿਲੀ ਵਾਰ ਇਸ ਦੀ ਮੇਜ਼ਬਾਨੀ ਕਰ ਰਿਹਾ। ਭਾਰਤ 18ਵੀਂ ਵਾਰ ਇਨ੍ਹਾਂ ਖੇਡਾਂ 'ਚ ਉਤਰਿਆ। ਅਫਰੀਕਨ ਡਰਮ ਰਾਹੀਂ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਇਸ ਦਾ ਭਾਵ ਰਾਸ਼ਟਰਮੰਡਲ ਦੇਸ਼ਾਂ 'ਚ ਸਦਭਾਵਨਾ ਪੈਦਾ ਕਰਨਾ ਹੈ। ਬਰਮਿੰਘਮ ਵਿੱਚ ਕਾਰ ਇੰਡਸਟਰੀ ਮਸ਼ਹੂਰ ਹੈ। ਇੱਥੇ ਬਣੀਆਂ ਨਵੀਆਂ ਤੇ ਪੁਰਾਣੀਆਂ 72 ਕਾਰਾਂ ਦੀ ਪ੍ਰਦਰਸ਼ਨੀ ਦਿਖਾਈ ਗਈ ਹੈ। ਪ੍ਰਿੰਸ ਚਾਰਲਸ ਏਸਟਨ ਮਾਰਟਿਨ ਕਾਰ ਰਾਹੀਂ ਪਹੁੰਚੇ ਹਨ। ਸਿੰਗਰ ਸਮਾਂਥਾ ਨੇ ਇੰਗਲੈਂਡ ਦੇ ਰਾਸ਼ਟਰੀ ਗੀਤ ਦੀ ਪੇਸ਼ਕਾਰੀ ਦਿੱਤੀ ਸੀ। ਇਸ ਦੌਰਾਨ ਮਸ਼ਹੂਰ ਕਾਮੇਡੀਅਨ ਚਾਰਲੀ ਚੈਪਲਿਨ ਦੇ ਕਿਰਦਾਰ ਨੂੰ ਵੀ ਦਿਖਾਇਆ ਗਿਆ। ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰੀ ਅਤੇ ਓਲੰਪਿਕ ਤਮਗਾ ਜੇਤੂ ਪੀਪੀ ਸਿੰਧੂ ਅਤੇ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਝੰਡਾਬਰਦਾਰ ਬਣੇ। ਭਾਰਤ ਨੇ ਰਾਸ਼ਟਰਮੰਡਲ ਖੇਡਾਂ ਲਈ 215 ਐਥਲੀਟਾਂ ਅਤੇ 107 ਅਧਿਕਾਰੀਆਂ ਅਤੇ ਸਹਿਯੋਗੀ ਕਰਮਚਾਰੀਆਂ ਸਮੇਤ 322 ਮੈਂਬਰੀ ਦਸਤੇ ਨੂੰ ਬਰਮਿੰਘਮ ਭੇਜਿਆ। ਕਰੀਬ 1500 ਕਲਾਕਾਰਾਂ ਨੇ ਸੰਸਕ੍ਰਿਤਿਕ ਪ੍ਰੋਗਰਾਮ ਵਿੱਚ ਹਿੱਸਾ ਲਿਆ। ਪਿਛਲੀ ਵਾਰ ਮੇਜ਼ਬਾਨ ਰਹੇ ਆਸਟ੍ਰੇਲੀਆ ਦੇ ਐਥਲੀਟ ਨੂੰ ਸਭ ਤੋਂ ਪਹਿਲਾਂ ਪਰੇਡ ਵਿੱਚ ਬੁਲਾਇਆ ਗਿਆ। ਇਸ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਵਾ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।